जब लाओ नहीं भाग लिलार उदय, तब लो भ्रमते फिरते बहुत आयो। कल घोर समुंदर में बूढ़त थे, कब हूँ मिट है नहीं रे पछतायो। तत विचार यह मथुरा, जग तारन को अवतार बनायो। जप्यो जन अर्जन देव गुरु, फिर संकट जोन गर्भ न आयो। जप्यो जन अर्जन देव गुरु, फिर संकट जोन गर्भ न आयो। हमें दृष्ट शुभ करे हरै अग पाप सकल मल। काम क्रोध अर लोभ मोह वस करे सबै बल। सदा सुख मन बसै दुख संसार खोवै। गुर नव निद दरियाओ, जन्म हम काढ़ धोवह। सो कहो टल गुर अहनस सहज सुबा, दर्शन परसै गुरु। जन्म मरण दुख जा, होवै सुख दुख संगी। दूर अर सोह पुर सोह, तुद डिठे सचे पातशाह। मल जन्म जन्म दी, सज्जन सचा पातशाहो। सिर शाहां दै, जिस पास बैठिया सोहीए सबना दावे। जिस पास बैठिया सोहीए सबना दावे। सतनाम श्री वाहिगुरु साहिब जीओ। जैत सरी महला पंजवा। कोई जाना हर स्यो देवै जोर। चरण गहो बको शुभ रसना, दीजह प्राण अकोर। कोई जाना हर स्यो देवै जोर। चरण गहो बको शुभ रसना, दीजह प्राण अकोर। रहाओ मन तन निर्मल करत क्यारो। हर सिंचै सुधा संजोर। या रस मह मगन होत कृपा ते, बहा बिखया ते तोर। आयो शरण दीन दुख भंजन, चितवो तुमरी ओर। अपै पद दान सिमरन स्वामी को,
ਪ੍ਰਭ ਨਾਨਕ ਬੰਧਨ ਛੋਰ। ਆਇਓ ਸਰਣ ਦੀਨ ਦੁਖ ਭੰਜਨ, ਚਿਤ ਬਉ ਤੁਮਰੀ ਓਰ। ਆਪੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜੇ। ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿ ਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤਿਰ ਭਵਨ ਮਹੀ ਪਸੁਰ ਨਰ ਅਸੁਰ, ਨੇਤ ਨੇਤ ਮਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਸੋਈ ਸਰਵਰ ਢੂਡ ਲਹੋ, ਜਿੱਥੋਂ ਲੱਭੀ ਵਥ। ਛੱਪੜ ਢੂਡੈ ਕਿਆ ਹੋਵੈ, ਚਿੱਕੜ ਡੂਬੈ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਬਰ ਛਤਰ ਤਖਤ ਕੇ ਮਾਲਕ, ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਅੰਦਰ ਜੁੜ ਬੈਠੇ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਗੁਰਦੇਵ ਨੇ ਦਇਆ ਕਰਕੇ
ਸਤ ਸੰਗਤ ਕਰਨ ਦਾ ਸੁਭਾਗ ਬਖਸ਼ਿਆ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਜੀਵਨ ਦੇ ਅਮੋਲਕ ਸਮੇਂ ਨੂੰ, ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਆਪ ਜੀ ਹਾਜ਼ਰੀਆਂ ਭਰਦਿਆਂ ਹੋਇਆਂ ਅੰਮ੍ਰਿਤ ਗੁਰਬਾਣੀ ਦੇ ਨਿਤਨੇਮ ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ। ਪਾਵਨ ਗੁਰਬਾਣੀ ਦੀ ਕਥਾ ਵਿਚਾਰ ਗੁਰ ਉਪਦੇਸ਼ ਸਰਵਣ ਕਰਨ ਵਾਸਤੇ ਗੁਰੂ ਪ੍ਰੇਮ ਅੰਦਰ ਜੁੜ ਬੈਠੇ ਹੋ। ਆਓ ਮਨ ਬਿਰਤੀਆਂ ਸਾਹਿਬ ਜੀ ਦੇ ਪਾਵਨ ਚਰਨਾਂ ਕਬਲਾਂ ਪਾਸ ਜੋੜ ਕਰ ਅੰਮ੍ਰਿਤ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ। ਮਨ ਦੀ ਇਕਾਗਰਤਾ ਬਣਾਉਣ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਅਦਬ ਸਹਿਤ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਸੋਈ ਸਰਵਰ ਢੂਡ ਲਹੋ, ਜਿੱਥੋਂ ਲੱਭੀ ਵਥ। ਭਗਤ ਫਰੀਦ ਸਾਹਿਬ ਜੀ ਸ਼ਲੋਕਾਂ ਅੰਦਰ ਇੱਕ ਉਦਾਹਰਣ ਦੇ ਕੇ, ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਹਨ। ਮਨੁੱਖ ਹਮੇਸ਼ਾ ਇਤਨੀ ਕੁ ਸੋਝੀ ਤਾਂ ਜ਼ਰੂਰ ਰੱਖਦਾ ਹੈ ਕਿ ਜਿੱਥੋਂ ਕੋਈ ਵਸਤੂ ਪ੍ਰਾਪਤ ਹੁੰਦੀ ਹੈ ਉਹ ਵਸਤੂ ਖੋਜਣੀ ਲੱਭਣੀ ਉੱਥੋਂ ਹੀ ਪੈਂਦੀ ਹੈ। ਔਰ ਜਿਹੜੀ ਵਸਤੂ ਜਿੱਥੇ ਨਾ ਹੋਵੇ ਉੱਥੇ ਖੋਜਣਾ ਬੇਫਜ਼ੂਲੀ ਹੈ। ਇੰਨੀ ਬੁੱਧੀ ਵਾਹਿਗੁਰੂ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਪਰ ਅਧਿਆਤਮਿਕ ਜੀਵਨ ਦੇ ਅੰਦਰ ਮਨੁੱਖ ਐਸੀ ਸੋਝੀ ਨਹੀਂ ਰੱਖਦਾ। ਅਧਿਆਤਮਿਕ ਜੀਵਨ ਵਿੱਚ ਇਹ ਵਸਤੂ ਉੱਥੇ ਢੂੰਡਦਾ ਹੈ ਜਿੱਥੋਂ ਕਦਾਚਿਤ ਪ੍ਰਾਪਤ ਨਹੀਂ ਹੁੰਦੀ, ਉੱਥੋਂ ਲੱਭਣ ਦਾ ਯਤਨ ਕਰਦਾ ਹੈ। ਤੋ ਇਹ ਗੱਲ ਨਿਸ਼ਚਿਤ ਹੈ ਕਿ ਜਿਹੜੀ ਵਸਤੂ ਜਿੱਥੇ ਨਾ ਹੋਵੇ ਉੱਥੋਂ ਪ੍ਰਾਪਤ ਨਹੀਂ ਹੁੰਦੀ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਉਹ ਸਰੋਵਰ ਢੂੰਡ, ਉਹ ਸਰੋਵਰ ਲੱਭ ਜਿੱਥੋਂ ਤੈਨੂੰ ਅੰਦਰ ਦੀ ਵਸਤੂ ਪ੍ਰਾਪਤ ਹੋ ਜਾਵੇ। ਜਿੱਥੋਂ ਲੱਭੀ ਵਥ, ਜਿੱਥੋਂ ਤੈਨੂੰ ਵਸਤੂ ਲੱਭ ਜਾਏ। ਤੋ ਵਸਤੂ ਲੱਭਣ ਤੋਂ ਪਹਿਲਾਂ ਸਾਨੂੰ ਉਹ ਸਰੋਵਰ ਵੀ ਲੱਭਣਾ ਪਏਗਾ, ਉਹ ਸਰੋਵਰ ਵੀ ਢੂੰਡਣਾ ਪਏਗਾ ਜਿਸ ਸਰੋਵਰ ਵਿੱਚ ਉਹ ਵਸਤੂ ਹੋਵੇ। ਗੁਰਬਾਣੀ ਦਾ ਫਰਮਾਨ ਹੈ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਈ। ਪੋਖਰ ਨਾਮ ਹੁੰਦਾ ਛੱਪੜ ਦਾ। ਜਿਹੜੇ ਮੋਤੀ ਸਿੱਪੀਆਂ ਵਿੱਚੋਂ ਪ੍ਰਾਪਤ ਹੁੰਦੇ ਨੇ, ਕਿਉਂਕਿ ਸਿੱਪੀ ਵਿੱਚ ਮੋਤੀ ਕਹਿੰਦੇ ਉਦੋਂ ਹੀ ਬਣਦਾ ਜਦੋਂ ਉਹਦੇ 'ਚ ਸਵੰਤੀ ਬੂੰਦ ਪੈਂਦੀ ਹੈ ਨਾ ਤੇ ਸਿੱਪੀ ਬੰਦ ਹੋ ਜਾਂਦੀ ਹੈ। ਉਹਦੇ ਵਿੱਚ ਸੁੱਚੇ ਮੋਤੀ ਜਨਮ ਲੈਂਦੇ ਨੇ ਤੇ ਸਿੱਪੀਆਂ ਹਮੇਸ਼ਾ ਸਮੁੰਦਰ ਵਿੱਚੋਂ ਮਿਲਦੀਆਂ ਨੇ। ਮਹਾਰਾਜ ਕਹਿੰਦੇ ਹਨ ਕਿ ਛੱਪੜ ਦੇ ਵਿੱਚੋਂ ਜੇ ਸਿੱਪੀਆਂ ਭਾਲੀਏ ਤੇ ਕੋਈ ਸਾਨੂੰ ਚੰਗਾ ਨਹੀਂ ਆਖੇਗਾ। ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿ ਹੈ ਕੋਈ। ਜੇ ਥਾਂ ਥਾਂ ਤੇ ਛੱਪੜਾਂ ਵਿੱਚ ਜਾ ਕੇ ਸੁੱਚੇ ਮੋਤੀ ਭਾਲਾਂਗੇ ਉੱਥੋਂ ਥੋੜਾ ਲੱਭਣਗੇ। ਭਾਈ ਗੁਰਦਾਸ ਸਾਹਿਬ ਜੀ ਵੀ ਕਹਿੰਦੇ ਹਨ ਕਿ ਸਮੁੰਦਰ ਦਾ ਜਿਹੜਾ ਖਜ਼ਾਨਾ ਹੈ ਉਹ ਕਦੇ ਛੱਪੜਾਂ ਵਿੱਚੋਂ ਨਹੀਂ ਲੱਭਿਆ ਕਰਦਾ। ਇਨ ਬਿਨ ਇਸੇ ਪ੍ਰਕਾਰ ਜਿਹੜਾ ਅਧਿਆਤਮਿਕ ਜੀਵਨ ਦਾ ਅਸਲ ਖਜ਼ਾਨਾ ਹੈ, ਉਹ ਖਜ਼ਾਨਾ ਨਾ ਤਾਂ ਕੁਸੰਗੀਆਂ ਦੀ ਸੰਗਤ ਵਿੱਚੋਂ ਮਿਲਦਾ, ਨਾ ਕੱਚੇ ਪਿੱਲਿਆਂ ਦੀ ਉਪਾਸ਼ਨਾ ਵਿੱਚੋਂ ਮਿਲਦਾ ਹੈ। ਅਧਿਆਤਮਿਕ ਜੀਵਨ ਦਾ ਜਿਹੜਾ ਖਜ਼ਾਨਾ ਹੈ ਉਹ ਸਤ ਸੰਗਤ ਰੂਪੀ ਸਰੋਵਰ ਵਿੱਚੋਂ ਹੀ ਢੂੰਡਿਆਂ ਲੱਭਦਾ ਹੈ।
ਬਾਬਾ ਜੀ ਕਹਿੰਦੇ ਫਰੀਦਾ ਸੋਈ ਸਰਵਰ ਢੂੜ ਲਹੋ, ਉਹ ਸਰੋਵਰ ਲੱਭ ਜਿੱਥੋਂ ਲੱਭੀ ਵਥ, ਜਿੱਥੋਂ ਤੈਨੂੰ ਵਸਤੂ ਲੱਭ ਜਾਏ। ਅਧਿਆਤਮਿਕ ਜੀਵਨ ਦਾ ਜਿਹੜਾ ਖਜ਼ਾਨਾ ਹੈ ਉਹ ਸਤ ਸੰਗਤ ਰੂਪੀ ਸਰੋਵਰ ਵਿੱਚੋਂ ਹੀ ਲੱਭਣਾ ਹੈ। ਇਸ ਵਾਸਤੇ ਜੇ ਸਤ ਸੰਗਤ ਰੂਪੀ ਸਰੋਵਰ ਲੱਭੇਗਾ ਤਾਂ ਹੀ ਅਧਿਆਤਮਿਕ ਜੀਵਨ ਦਾ ਖਜ਼ਾਨਾ ਮਿਲੇਗਾ। ਜਿਹੜਾ ਸਮੁੰਦਰ ਨੂੰ ਲੱਭ ਲਵੇ ਉਹਨੂੰ ਸਿੱਪੀਆਂ ਆਪੇ ਹੀ ਮਿਲ ਜਾਂਦੀਆਂ ਨੇ। ਜਿਹਨੂੰ ਸਤ ਸੰਗਤ ਰੂਪੀ ਸਰੋਵਰ ਪ੍ਰਾਪਤ ਹੋ ਜਾਵੇ ਉਹਨੂੰ ਆਪੇ ਹੀ ਇੱਥੋਂ ਵਸਤੂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਧਿਆਤਮਿਕ ਜੀਵਨ ਦਾ ਖਜ਼ਾਨਾ ਜਿਹੜਾ ਉਹ ਸਾਨੂੰ ਸਤ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਜਾਂਦਾ ਹੈ। ਗੁਣਾਂ ਦਾ ਖਜ਼ਾਨਾ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਰੋਵਰ ਸਤ ਸੰਗਤ ਦਾ ਢੂੰਡ ਜਿੱਥੋਂ ਤੈਨੂੰ ਵਸਤੂ ਲੱਭ ਜਾਵੇ। ਛੱਪੜ ਢੂਡੈ ਕਿਆ ਹੋਵੇ, ਚਿੱਕੜ ਡੂਬੈ ਹੱਥ। ਕਹਿੰਦੇ ਛੱਪੜ ਵਿੱਚ ਵਸਤੂ ਢੂੰਡਣ ਨਾਲ ਕੀ ਹੋਵੇਗਾ, ਉਥੇ ਤੇਰਾ ਹੱਥ ਹੀ ਚਿੱਕੜ ਵਿੱਚ ਡੁੱਬਣਾ ਹੈ। ਭਾਵ ਜੇ ਕੋ ਸੰਗਤ ਵਿੱਚ ਬੈਠੇਗਾ, ਦੇਵੀ ਦੇਵਤਿਆਂ ਦੀ ਉਪਾਸਨਾ ਕਰੇਗਾ, ਉਹਨਾਂ ਵਿੱਚੋਂ ਤੈਨੂੰ ਮਿਲਣਾ ਹੀ ਕੁਝ ਨਹੀਂ। ਤੇਰੇ ਹੱਥ ਚਿੱਕੜ ਵਿੱਚ ਲਿਬੜਨਗੇ, ਹਉਮੈ ਦੇ ਨਾਲ, ਵਿਕਾਰਾਂ ਦੇ ਨਾਲ, ਜਨਮ ਮਰਨ ਦੇ ਗੇੜ ਦੇ ਨਾਲ, ਮੈਲ ਦੇ ਨਾਲ ਤੇਰੇ ਹੱਥ ਲਿਬੜਦੇ ਰਹਿਣਗੇ, ਕਿਉਂਕਿ ਛੱਪੜ ਵਿੱਚ ਹੈ ਹੀ ਚਿੱਕੜ। ਹੁਣ ਇਹਦੇ ਦੋ ਭਾਵ ਨੇ। ਪਹਿਲਾ ਭਾਵ ਕਿ ਜਿਹੜੀ ਕੁਸੰਗਤ ਰੂਪੀ ਛੱਪੜ ਹੈ, ਜੇ ਉਸ ਛੱਪੜ ਦੇ ਵਿੱਚ ਅਸੀਂ ਨਹਾਉਨੇ ਆ ਨਾ, ਉਹਦੇ ਵਿੱਚੋਂ ਪ੍ਰਾਪਤ ਕੁਝ ਨਹੀਂ ਹੁੰਦਾ। ਜੇ ਹੰਸ ਜਾ ਕੇ ਛੱਪੜ ਦੇ ਕੰਢੇ ਤੇ ਬਹਿ ਜਾਏ, ਛੱਪੜ ਦੇ ਕੰਢੇ ਵਿੱਚ ਉਹਨੂੰ ਮੋਤੀ ਕਦੇ ਨਹੀਂ ਮਿਲਣਗੇ। ਜੇ ਅਸੀਂ ਕੋ ਸੰਗਤ ਵਿੱਚ ਜਾ ਕੇ ਬਹਿ ਜਾਈਏ, ਸਾਨੂੰ ਕਦੇ ਵੀ ਉਹਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਵੇਗਾ। ਦੂਜਾ ਭਾਵ ਅਰਥ ਹੈ ਕਿ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਇਹ ਛੱਪੜੀ ਦੇ ਵਾਂਗੂ ਹੈ, ਕਿਉਂਕਿ ਇਹਦੇ ਵਿੱਚੋਂ ਮੁਕਤੀ ਦਾ ਖਜ਼ਾਨਾ ਨਹੀਂ ਲੱਭਣਾ। ਗੁਰਬਾਣੀ ਦਾ ਫਰਮਾਨ ਹੈ ਨਾ, ਤੂੰ ਕਹੀਅਤ ਹੀ ਆਦ ਭਵਾਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਤੂੰ ਆਦ ਭਵਾਨੀ ਕਹਾਉਣੀ ਆਪਣੇ ਆਪ ਨੂੰ, ਪਰ ਮੁਕਤੀ ਦੇ ਵਾਰੀ ਕਿੱਥੇ ਲੁਕ ਜਾਨੀ, ਕਿਉਂ ਤੇਰੇ ਕੋਲ ਮੁਕਤੀ ਦਾ ਖਜ਼ਾਨਾ ਹੈ। ਦੇਵੀ ਤਾਂ ਹੈ, ਤੈਨੂੰ ਲੋਕ ਆਦ ਸ਼ਕਤੀ ਕਹਿੰਦੇ, ਭਵਾਨੀ ਕਹਿ ਦਿੰਦੇ ਨੇ, ਪਰ ਜਦੋਂ ਮੁਕਤੀ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਤੂੰ ਲੁਕ ਜਾਨੀ ਹੈ। ਠੀਕ ਹੈ, ਦੇਵੀ ਦੇਵਤੇ ਉਹਨਾਂ ਨੂੰ ਬੁਰਾ ਭਲਾ ਨਹੀਂ ਬੋਲਣਾ ਚਾਹੀਦਾ, ਔਰ ਨਾ ਹੀ ਮੈਂ ਬੁਰਾ ਭਲਾ ਬੋਲਣ ਦਾ ਯਤਨ ਕਰ ਰਿਹਾ, ਪਰ ਜੋ ਸੱਚ ਹੈ ਉਹਨੂੰ ਬਿਆਨ ਕਰਨਾ ਸਾਡਾ ਫਰਜ਼ ਹੈ। ਉਹ ਵੀ ਆਪਣੀ ਜਗ੍ਹਾ ਤੇ ਇੱਕ ਭਗਤ ਹੀ ਨੇ, ਪਰਮੇਸ਼ਰ ਦੀ ਭਗਤੀ ਕਰਦੇ ਨੇ ਆਪਣੇ ਆਪਣੇ ਤਰੀਕੇ ਨਾਲ। ਪਰ ਗੁਰੂ ਕਲਗੀਧਰ ਜੀ ਕਹਿੰਦੇ ਭਗਤੀ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਵੀ ਅਭਿਮਾਨ ਪੈਦਾ ਹੋ ਗਿਆ ਵੀ ਸ਼ਾਇਦ ਅਸੀਂ ਰੱਬ ਹਾਂ। ਉਹਨਾਂ ਅੰਦਰ ਵੀ ਇਹ ਹਉਮੈ ਪੈਦਾ ਹੋ ਗਈ। ਮਹਾਦੇਵ ਅਚੁੱਤ ਕਹਵਾਇਓ, ਬਚਿੱਤਰ ਨਾਟਕ ਵਿੱਚ ਮਹਾਰਾਜ ਕਹਿੰਦੇ ਮਹਾਦੇਵ ਆਪਣੇ ਆਪ ਨੂੰ ਅਚੁੱਤ ਕਹਾਉਣ ਲੱਗਾ, ਤੇ ਜਿਹੜਾ ਬ੍ਰਹਮਾ ਹੈ ਉਹਨੇ ਆਖਿਆ ਮੈਂ ਹੀ ਸ੍ਰਿਸ਼ਟੀ ਦਾ ਕਰਤਾ ਹਾਂ। ਵਿਸ਼ਨੂੰ ਕਹਿੰਦੇ ਮੈਂ ਹੀ ਭਗਵਾਨ ਹਾਂ, ਮੈਂ ਹੀ ਰੱਬ ਹਾਂ। ਤੋ ਪਾਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨੇ ਪਹਿਚਾਣਿਆ ਨਹੀਂ। ਖੈਰ ਇਹ ਇੱਕ ਵੱਖਰਾ ਪੱਖ ਹੈ ਜਿੱਥੇ ਉਹਨਾਂ ਨੇ ਆਪਣੇ ਆਪ ਦੀ ਹਸਤੀ ਨੂੰ ਥਾਪ ਕੇ ਭਗਵਾਨ ਦੱਸ ਕੇ ਆਪਣੀ ਪੂਜਾ ਕਰਾਈ, ਪਰ ਇੱਕ ਪਾਸੇ ਮਹਾਰਾਜ ਜੀ ਕਹਿੰਦੇ ਵੀ ਉਹ ਵੀ ਬਹਿ ਕੇ ਪਰਮੇਸ਼ਰ ਦਾ ਜਸ ਕਰਦੇ ਨੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਇੰਦਰ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਉਹ ਵੀ ਇੰਦਰ ਆਸਣ ਤੇ ਬੈਠਾ ਹੋਇਆ। ਇੰਦਰਾਸਣ ਦਾ ਭਾਵ ਹੁੰਦਾ ਜੀ ਇੰਦਰ ਜਮਾ ਆਸਣ, ਸੰਧੀ ਛੇਦ ਕਰਕੇ ਇਹ ਸ਼ਬਦ ਦਾ ਮਤਲਬ ਹੁੰਦਾ ਹੈ ਵੀ ਉਹ ਆਸਣ ਜਿਹਦੇ ਉੱਤੇ ਇੰਦਰ ਬਹਿੰਦਾ, ਇੰਦਰ ਦਾ ਤਖਤ, ਇੰਦਰਾਸਣ ਦਾ ਮਤਲਬ ਹੁੰਦਾ ਹੈ। ਇੰਦਰ ਆਪਣੇ ਤਖਤ ਤੇ ਬੈਠਾ ਹੋਇਆ, ਸਾਰੇ ਦੇਵਤਿਆਂ ਦਰ ਨਾਲੇ, ਦੇਵਤਿਆਂ ਦੇ ਸਹਿਤ
ਉਹ ਪਰਮੇਸ਼ਰ ਦਾ ਜਸ ਗਾਉਂਦਾ ਹੈ, ਵਾਹਿਗੁਰੂ ਦਾ ਜਸ ਗਾਉਂਦਾ ਹੈ। ਗਾ ਤਾਂ ਉਹ ਵੀ ਰਹੇ ਨੇ, ਉਹ ਵੀ ਜਾਣਦੇ ਨੇ ਕਿ ਸਾਡੇ ਤੋਂ ਉੱਪਰ ਵੀ ਇੱਕ ਇਹੋ ਜਿਹੀ ਮਹਾਨ ਸ਼ਕਤੀ ਹੈ ਜਿਹਨੇ ਸਾਨੂੰ ਵੀ ਜਨਮ ਦਿੱਤਾ ਹੈ, ਸਾਨੂੰ ਵੀ ਪੈਦਾ ਕੀਤਾ ਹੈ। ਉਹ ਵੀ ਉਸੇ ਨੂੰ ਹੀ ਜਪ ਰਹੇ ਨੇ। ਤੋ ਅਸੀਂ ਕਿਹਨੂੰ ਜਪਣਾ? ਸਾਨੂੰ ਗੁਰਬਾਣੀ ਨੇ ਸਿਧਾਂਤ ਜਿਹੜਾ ਦਿੱਤਾ ਹੈ, ਜਿਹਨੇ ਸਭ ਨੂੰ ਪੈਦਾ ਕੀਤਾ। ਜਾਪ ਸਾਹਿਬ ਵਿੱਚ ਬਚਨ ਪੜ੍ਹਦੇ ਆ ਨਾ, ਆਕ੍ਰਿਤਾ ਅਕ੍ਰਿਤ ਹੈ, ਕਿੰਨੀ ਵਾਰੀ ਸ਼ਬਦ ਆਉਂਦਾ ਜੀ ਛੰਦ ਦੇ ਵਿੱਚ। ਇਹ ਹਰ ਇੱਕ ਸ਼ਬਦ ਦੇ ਇਹਦੇ ਵੱਖਰੇ ਵੱਖਰੇ ਅਰਥ ਨੇ। ਆਕ੍ਰਿਤਾ, ਅਕ੍ਰਿਤਾ ਉਹ ਚੀਜ਼ ਹੁੰਦੀ ਹੈ ਜਿਹੜੀ ਬਣਾਈ ਨਾ ਗਈ ਹੋਵੇ। ਪਰਮਾਤਮਾ ਜਿਹੜਾ ਆਕ੍ਰਿਤ ਹੈ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਕ੍ਰਿਤ ਹੈ, ਬਾਕੀ ਜੋ ਕੁਝ ਹੈ ਇਹ ਪਰਮਾਤਮਾ ਦਾ ਹੀ ਬਣਾਇਆ। ਕ੍ਰਿਤ ਦਾ ਮਤਲਬ ਹੈ ਬਣਾਇਆ। ਇਹ ਜੋ ਕੁਝ ਹੈ ਸੰਸਾਰ ਜਿਹੜਾ, ਇਹ ਪਰਮਾਤਮਾ ਦੀ ਕ੍ਰਿਤ ਹੈ, ਪਰਮਾਤਮਾ ਨੇ ਬਣਾਇਆ। ਆਪ ਉਹ ਕ੍ਰਿਤ ਹੈ, ਬਾਕੀ ਸਾਰਾ ਕੁਝ ਕ੍ਰਿਤ ਉਹਦਾ ਹੀ ਕੀਤਾ ਹੋਇਆ, ਉਹਦਾ ਹੀ ਬਣਾਇਆ ਹੋਇਆ। ਨਾ ਹੀ ਆਕ੍ਰਿਤਾ ਕ੍ਰਿਤ ਹੈ, ਉਹਦੀ ਹਸਤੀ ਨੂੰ ਕੋਈ ਕ੍ਰਿਤ ਬਣਾ ਸਕਦਾ। ਜਿਹਨੂੰ ਸਾਹਿਬ ਜੀ ਕਹਿੰਦੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਨਾ ਕਿਸੇ ਨੇ ਥਾਪਿਆ ਵੀ ਤੈਨੂੰ ਮੈਂ ਰੱਬ ਬਣਾ ਰਿਹਾ, ਤੈਨੂੰ ਰੱਬ ਥਾਪ ਰਿਹਾ। ਉਹਨੂੰ ਕਿਸੇ ਨੇ ਬਾਦਸ਼ਾਹ ਨਹੀਂ ਬਣਾਇਆ, ਰੱਬ ਨਹੀਂ ਬਣਾਇਆ, ਉਹ ਆਪਣੇ ਆਪ ਹੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਉਹ ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ। ਨਾ ਤਾਤਾ ਹੈ, ਨਾ ਮਾਤਾ ਹੈ, ਨਾ ਉਹਦੀ ਮਾਂ, ਨਾ ਉਹਦਾ ਪਿਤਾ। ਤੋ ਜਨਮ ਮਰਨ ਤੋਂ ਰਹਿਤ ਹੈ, ਅਜਨਮ ਹੈ, ਅਮਰਨ ਹੈ। ਨਾ ਉਹਦਾ ਜਨਮ ਹੋਇਆ, ਨਾ ਉਹਦੀ ਮੌਤ ਹੁੰਦੀ ਹੈ। ਉਹਦੀ ਹਸਤੀ ਵਾਹਿਗੁਰੂ ਦੀ ਐਸੀ ਹਸਤੀ ਹੈ, ਆਕ੍ਰਿਤਾ ਕ੍ਰਿਤ ਹੈ। ਉਹ ਅਕ੍ਰਿਤ ਹੈ ਕਿਉਂਕਿ ਉਸ ਨੂੰ ਕਿਸੇ ਨੇ ਕ੍ਰਿਤ ਬਣਾਇਆ ਨਹੀਂ। ਬਾਕੀ ਸਾਰਾ ਕੁਝ ਹੈ ਆਕ੍ਰਿਤਾ ਕ੍ਰਿਤ ਹੈ। ਜਿੰਨਾ ਵੀ ਸੰਸਾਰ ਹੈ ਇਹ ਉਸੇ ਦੀ ਹੀ ਘਾੜਤ ਘੜੀ ਹੋਈ ਹੈ। ਤੋ ਸਾਹਿਬ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸਮਝ ਲਿਆ ਕਿ ਸਾਨੂੰ ਪਰਮੇਸ਼ਰ ਨੇ ਬਣਾਇਆ, ਉਹ ਸਾਰੇ ਮਿਲ ਕੇ ਉਸੇ ਨੂੰ ਗਾਉਂਦੇ ਨੇ ਜੋ ਸਭ ਨੂੰ ਬਣਾ ਰਹੇ ਆ, ਜੋ ਸਭ ਨੂੰ ਪੈਦਾ ਕਰ ਰਹੇ ਆ। ਤੋ ਪ੍ਰਮਾਤਮਾ ਨੇ ਸਾਰਾ ਸੰਸਾਰ, ਇਹ ਜਗਤ ਪੈਦਾ ਕੀਤਾ ਹੈ। ਤੋ ਇਹਦੇ ਅੰਦਰ ਜਿਤਨੇ ਵੀ ਜੀਵ ਨੇ ਸਭ ਉਸੇ ਨੂੰ ਹੀ ਜਪ ਰਹੇ ਨੇ, ਉਸੇ ਨੂੰ ਆਰਾਧ ਰਹੇ ਨੇ। ਤੋ ਸਾਹਿਬ ਗਰੀਬ ਨਵਾਜ ਕਹਿੰਦੇ ਸਾਡਾ ਵੀ ਫਰਜ਼ ਹੈ ਅਸੀਂ ਉਹਨੂੰ ਨਾ ਜਪੀਏ ਜਿਹਨੂੰ ਬਣਾਇਆ ਗਿਆ, ਉਹਨੂੰ ਜਪੀਏ ਜੋ ਸਾਰਿਆਂ ਨੂੰ ਬਣਾ ਰਹੇ। ਅਸੀਂ ਉਹਦੀ ਆਰਾਧਨਾ ਕਰਨੀ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਵੇਖੋ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਸਰੂਪ ਵਿੱਚ, ਜੇ ਕੋਈ ਆਖੇ ਜੀ ਉਹ ਵੀ ਦੇਵੀ ਪੂਜਦੇ ਰਹੇ, ਪਰ ਸੱਚ ਜਾਣਿਓ ਦੇਵੀ ਪੂਜਣਾ ਤੇ ਬਹਾਨਾ ਸੀ, ਅਸਲ ਵਿੱਚ ਸਾਨੂੰ ਸਮਝਾਉਣਾ ਸੀਗਾ। ਗੁਰੂ ਅੰਗਦ ਦੇਵ ਜੀ ਮਹਾਰਾਜ ਧੁਰ ਦਰਗਾਹੋਂ ਬਖਸ਼ਿਸ਼ਾਂ ਲੈ ਕੇ ਆਏ ਸਨ। ਇੱਥੇ ਜਿੰਨੀ ਵੀ ਕਿਰਿਆ ਮਹਾਰਾਜ ਕਰਦੇ ਰਹੇ, ਉਹ ਇੱਕ ਸਾਨੂੰ ਮੈਸੇਜ ਦਿੱਤਾ, ਸਾਨੂੰ ਇੱਕ ਗਿਆਨ, ਇੱਕ ਸੋਝੀ, ਇੱਕ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ। ਜਿਹੜੀ ਹਸਤੀ ਧੁਰ ਦਰਗਾਹੋਂ ਹੀ ਸਤਕਾਰੀ ਗਈ ਹੋਵੇ, ਉਹਨਾਂ ਨੂੰ ਇੱਥੇ ਆ ਕੇ ਕੋਈ ਇਦਾਂ ਦਾ ਕਰਮ ਕਰਨ ਦੀ ਲੋੜ ਨਹੀਂ। ਵੇਖੋ ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਤੁਸੀਂ ਦੋ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹੋਗੇ ਨਾ, ਉਹਦੇ ਵਿੱਚ ਸਾਨੂੰ ਮਿਲੇਗਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੰਗਾ ਤੇ ਇਸ਼ਨਾਨ ਕਰ ਜਾਂਦੇ ਰਹੇ। ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਦੇ ਅੰਦਰ ਦੇਵੀ ਪੂਜਦੇ ਰਹੇ। ਪਰ ਇਸ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤਾਈਂ ਤੁਹਾਨੂੰ ਇਤਿਹਾਸ ਵਿੱਚ ਕੋਈ ਇਦਾਂ ਦਾ ਜ਼ਿਕਰ ਨਹੀਂ ਮਿਲੇਗਾ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਪੰਥ ਚਲਾਇਆ, ਧਰਮ ਚਲਾਇਆ, ਧਰਮ ਚਲਾਉਣ ਤੋਂ ਬਾਅਦ ਦੋ ਚੀਜ਼ਾਂ ਸਮਾਜ ਵਿੱਚ ਜਿਹੜੀਆਂ ਸਭ ਤੋਂ ਜ਼ਿਆਦੀਆਂ ਪ੍ਰਚਲਿਤ ਸਨ, ਇੱਕ ਦੇਵਤੇ ਪੂਜਣੇ, ਇੱਕ ਤੀਰਥਾਂ ਤੇ ਇਸ਼ਨਾਨ ਕਰਨਾ। ਗੁਰੂ ਸਾਹਿਬ ਨੇ ਦੋਹਾਂ ਦਾ ਗਿਆਨ ਜਿਹੜਾ ਉਹ ਸਾਡੀ ਝੋਲੀ ਦੇ ਵਿੱਚ ਪਾਇਆ ਸਮਾਜ ਦੇ ਵਿੱਚੋਂ। ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਦੇ ਸਰੂਪ ਵਿੱਚ ਜਾਂਦੇ ਨੇ, ਦੇਵੀ ਪੂਜਦੇ ਨੇ। ਇੱਕ ਦਿਨ ਗੁਰਸਿੱਖ ਪਿਆਰੇ ਸਨ ਭਾਈ ਜੋਧ ਜੀ, ਉਹ ਇਸ਼ਨਾਨ ਕਰਕੇ ਨਾ ਤੇ ਨਦੀ ਦੇ ਕੰਢੇ ਉੱਪਰ ਬੈਠੇ ਹੋਏ ਆਸਾ ਕੀ ਵਾਰ ਦਾ ਜਾਪ ਕਰਦੇ ਸਨ।
ਤੇ ਪੌੜੀ ਪੜ੍ਹਦੇ ਪਏ ਸਨ। ਪੌੜੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਥੇ ਚਲੇ ਗਏ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉ ਘਾਲੀਐ। ਜਦੋਂ ਕੰਨਾਂ ਵਿੱਚ ਪੰਕਤੀ ਪਈ ਨਾ, ਭਾਈ ਜੋਧ ਜੀ ਨੂੰ ਪੁੱਛਦੇ ਨੇ, ਇਹ ਜੇ ਤੁਸੀਂ ਬੋਲ ਪੜ੍ਹ ਰਹੇ ਹੋ, ਇਹ ਬਾਣੀ ਕਿਹਨਾਂ ਦੀ? ਉਹਨਾਂ ਆਖਿਆ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਕਰਤਾਰਪੁਰੇ ਬਿਰਾਜਦੇ ਨੇ। ਮਨ ਕੀਤਾ ਵੀ ਚਲੋ ਮੈਂ ਜਾ ਕੇ ਸੰਗਤ ਕਰ ਲਵਾਂ, ਦਰਸ਼ਨ ਕਰ ਲਵਾਂ ਗੁਰੂ ਸਾਹਿਬ ਦੇ। ਤਪਾ ਜੀ ਇਤਿਹਾਸ ਵਿੱਚ ਸ਼ਬਦ ਆਉਂਦਾ ਜੀ ਵੀ ਤਪਾ ਜੀ ਦੇ ਦਰਸ਼ਨ ਕਰ ਲਵਾਂ। ਮੌਕਾ ਨਹੀਂ ਮਿਲਿਆ। ਮਨ ਬਾਰ-ਬਾਰ ਚਾਹੁੰਦਾ ਕਿ ਦੀਦਾਰ ਕਰਾਂ। ਤੇ ਇੱਕ ਦਫਾ ਜਦੋਂ 6 ਮਹੀਨਿਆਂ ਬਾਅਦ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਸਨ, ਇਸ ਵਾਰ ਜਦੋਂ ਨਗਰ ਤੋਂ ਸੰਗਤ ਨਾਲ ਲੈ ਕੇ ਤੁਰੇ ਤੇ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਉਹਨਾਂ ਨੇ ਆਪਣਾ ਪੜਾਅ ਡੇਰਾ ਕੀਤਾ। ਨਾਲ ਦੇ ਸਾਥੀਆਂ ਨੂੰ ਕਹਿੰਦੇ, ਮੈਂ ਤਪਾ ਜੀ ਦੇ ਦਰਸ਼ਨ ਕਰਕੇ ਆਇਆ, ਜੇ ਤੁਹਾਡੇ ਚੋਂ ਕਿਸੇ ਨੇ ਚੱਲਣਾ ਠੀਕ ਹੈ, ਨਹੀਂ ਤਾਂ ਕੋਈ ਨਹੀਂ, ਤੁਸੀਂ ਬੈਠੋ, ਮੈਂ ਛੇਤੀ ਮੁੜ ਆਵਾਂਗਾ। ਪਰ ਕੌਣ ਦੱਸੇ ਵੀ ਹੁਣ ਨਹੀਂ ਮੁੜਦੇ, ਕਿਉਂਕਿ ਉਸ ਦਰ ਤੇ ਚੱਲੇ ਨੇ ਜਿਸ ਦਰ ਤੇ ਜਾ ਕੇ ਅੰਦਰ ਦਾ ਰਜੇਵਾਂ, ਅੰਦਰ ਦੀ ਤ੍ਰਿਪਤੀ ਪ੍ਰਾਪਤ ਹੋ ਜਾਂਦੀ ਹੈ। ਤੇ ਭਾਈ ਲਹਿਣਾ ਸਾਹਿਬ ਜੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ, ਮਨ ਤ੍ਰਿਪਤ ਹੋ ਗਿਆ। ਵਾਪਸ ਸਾਥੀਆਂ ਨੂੰ ਕਹਿੰਦੇ ਆ ਕੇ ਵੀ ਮੈਂ ਨਹੀਂ ਜਾਣਾ, ਤੁਸੀਂ ਜਾਓ। ਉਹ ਬੜੇ ਹੈਰਾਨ ਹੋ ਗਏ। ਉਹ ਕਹਿੰਦੇ ਵੀ ਮੁਖੀ ਤਾਂ ਤੁਸੀਂ ਹੋ ਸਾਡੇ, ਵੀ ਤੁਸੀਂ ਸਾਰਿਆਂ ਨੂੰ ਲੈ ਕੇ ਜਾਂਦੇ ਹੋ। ਕਹਿੰਦੇ ਮੈਂ ਨਹੀਂ ਜਾਣਾ, ਹੁਣ ਤੁਸੀਂ ਜਾਣਾ ਜਾਓ, ਪਰ ਮੈਂ ਨਹੀਂ ਜਾਣਾ। ਜੋ ਮੈਨੂੰ ਲੱਭਣਾ ਸੀ ਮੈਨੂੰ ਲੱਭ ਗਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਵਾਪਸ ਆ ਗਏ। ਅਗਲੇ ਦਿਨ ਆ ਕੇ ਸੇਵਾ ਦੇ ਵਿੱਚ ਲੱਗ ਗਏ। ਅੰਮ੍ਰਿਤ ਵੇਲੇ ਇੱਕ ਕੌਤਕ ਵੇਖਿਆ ਵੀ ਇੱਕ ਬੀਬੀ ਅੰਮ੍ਰਿਤ ਵੇਲੇ ਝਾੜੂ ਮਾਰੇ। ਝਾੜੂ ਮਾਰਦਿਆਂ ਭਾਈ ਲਹਿਣਾ ਸਾਹਿਬ ਜੀ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਨਿਗਾਹ ਪਈ। ਪੁੱਛਣ ਲੱਗੇ, ਬੀਬਾ ਤੂੰ ਕੌਣ? ਅੱਧੀ ਰਾਤ ਨੂੰ ਤਪਾ ਜੀ ਦੇ ਡੇਰੇ ਵਿਖੇ ਝਾੜੂ ਮਾਰਦੀ ਹੈ। ਕਿਉਂਕਿ ਮਨੁੱਖ ਦੀ ਦ੍ਰਿਸ਼ਟੀ ਵੀ ਕੁਝ ਐਸੀ ਹੈ, ਭਾਵੇਂ ਸੇਵਾ ਕਰਨ ਵਾਲਾ ਹੋਵੇ ਤੇ ਉਹ ਸੋਚੇਗਾ ਦੂਸਰਾ ਬੰਦਾ ਵੀ ਅੱਧੀ ਰਾਤ ਨੂੰ ਇੱਥੇ ਕੀ ਕਰਦੀ। ਆਪ ਭਾਵੇਂ ਜਿੱਥੇ ਮਰਜ਼ੀ ਭਟਕਦੇ ਫਿਰਦੇ ਹੋਵਣ, ਪਰ ਜੇ ਕੋਈ ਦੂਜਾ ਸੇਵਾ ਕਰਨ ਵਾਲਾ ਹੋਵੇ ਨਾ, ਤੇ ਉਹਦੇ ਪ੍ਰਤੀ ਸਾਡੀ ਬਿਰਤੀ ਇਦਾਂ ਦੀ ਹੁੰਦੀ ਹੈ ਵੀ ਇਹ ਗੁਰਦੁਆਰੇ ਕੀ ਕਰਦੇ ਅੱਧੀ ਰਾਤ ਨੂੰ। ਉਹ ਭਾਈ ਗੁਰੂ ਦਾ ਦਰ ਹੈ। ਗੁਰੂ ਦੇ ਦਰ ਤੇ ਲੋਕ ਸੇਵਾ ਕਰਨ ਆਉਂਦੇ, ਬਾਣੀ ਪੜ੍ਹਨ ਵਾਸਤੇ ਆਉਂਦੇ ਨੇ, ਪਰਮੇਸ਼ਰ ਦੇ ਘਰ ਦੇ ਪ੍ਰੇਮ ਕਰਕੇ ਆਉਂਦੇ। ਜੇ ਕੋਈ ਭਾਵਨਾ ਪ੍ਰੇਮ ਨਾਲ ਸੇਵਾ ਕਰਦਾ ਤੇ ਸਾਨੂੰ ਕੀ ਲੱਗਦਾ ਹੈ ਕੋਈ ਇਨਸਾਨ ਗਲਤ ਬਿਰਤੀ ਨਾਲ ਇੱਥੇ ਆ ਰਹੇ ਆ। ਪਰ ਸਾਡੀ ਸੋਚ ਹੀ ਇਦਾਂ ਦੀ ਹੈ। ਜਦੋਂ ਆਪਣੀ ਮੱਤ ਤੇ ਪਰਦਾ ਪਿਆ ਹੋਵੇ ਨਾ, ਤੇ ਫਿਰ ਸ਼ਾਇਦ ਸਾਨੂੰ ਦੂਜਾ ਵੀ ਹਮੇਸ਼ਾ ਬੁਰਾ ਲੱਗਦਾ। ਕਵੀ ਜੀ ਨੇ, ਭਾਈ ਸੰਤੋਖ ਸਿੰਘ ਹੋਰਾਂ ਨੇ ਇੱਕ ਬਚਨ ਲਿਖਿਆ, ਕਹਿੰਦੇ ਜਦੋਂ ਆਪਣੀਆਂ ਅੱਖਾਂ ਤੇ ਮੋਤੀਆ ਬਿੰਦ ਚੜਿਆ ਹੋਵੇ ਨਾ, ਤੇ ਉਦੋਂ ਸੂਰਜ ਤੇ ਚੰਦਰਮਾ ਵਿੱਚੋਂ ਵੀ ਦੋਸ਼ ਲੱਭਦਾ ਹੁੰਦਾ ਹੈ। ਜਦੋਂ ਮਨੁੱਖ ਦੀ ਆਪਣੀ ਬਿਰਤੀ ਮਾੜੀ ਹੋਵੇ ਨਾ, ਉਦੋਂ ਸਾਨੂੰ ਦੂਜਿਆਂ ਦੇ ਵਿੱਚੋਂ ਰੋਗ ਲੱਭਦੇ, ਦੂਜਿਆਂ ਵਿੱਚੋਂ ਵੀ ਔਗਣ ਲੱਭਦੇ ਨੇ। ਉਦੋਂ ਸਾਡੀ ਇਦਾਂ ਦੀ ਦ੍ਰਿਸ਼ਟੀ ਬਣੀ ਹੁੰਦੀ ਹੈ। ਰੋਗੀ ਕਹਿ ਭਾਣਾ ਹੈ ਸਭ ਰੋਗੀ। ਰੋਗੀ ਇਹ ਸੋਚਦਾ ਵੀ ਸਾਰਾ ਸੰਸਾਰ ਹੀ ਰੋਗੀ ਹੈ। ਮਾਨਸਿਕ ਸਥਿਤੀ ਸਾਡੀ ਇਦਾਂ ਦੀ ਬਣ ਜਾਂਦੀ ਹੈ। ਭਾਈ ਲਹਿਣਾ ਸਾਹਿਬ ਜੀ ਕਹਿਣ ਲੱਗੇ, ਬੀਬਾ ਤੂੰ ਕੌਣ? ਤਪਾ ਜੀ ਦੇ ਡੇਰੇ ਅੱਧੀ ਰਾਤ ਝਾੜੂ ਮਾਰਦੀ। ਕਹਿੰਦੇ ਇੰਨੀ ਛੇਤੀ ਭੁੱਲ ਗਿਆ? ਕਹਿੰਦੇ ਮੈਂ ਤਾਂ ਜਾਣਦਾ ਨਹੀਂ ਵੀ ਤੂੰ ਕੌਣ ਹੈ, ਕਦੇ ਵੇਖਿਆ ਵੀ ਨਹੀਂ। ਉਹਨਾਂ ਆਖਿਆ ਕਿ ਉਹੀ ਹੈ ਜੋ ਹਰ 6 ਮਹੀਨੇ ਬਾਅਦ ਮੇਰੇ ਦਰਸ਼ਨ ਕਰਨ ਵਾਸਤੇ ਆਉਣਾ, ਤੇ ਮੈਂ ਵੀ ਉਹੀ ਹਾਂ ਜਿਹਦੇ ਤੂੰ ਦਰਸ਼ਨ ਕਰਨ ਵਾਸਤੇ ਆਉਣਾ। ਉਹੀ ਦੇਵੀ ਆ ਜਿਹਦੇ ਦਰਸ਼ਨ ਕਰਦਾ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੁਣ ਕੇ ਵਿਸਮਾਤਾ ਵਿੱਚ ਚਲੇ ਗਏ। ਕਹਿੰਦੇ ਫਿਰ ਤੁਸੀਂ ਇੱਥੇ? ਕਹਿੰਦੇ ਜੋ ਤੁਸੀਂ ਮੰਗਦੇ ਹੋ ਉਹ ਅਸਾਂ ਇੱਥੋਂ ਲੈ ਕੇ ਜਾਂਦੇ ਆ, ਸਾਨੂੰ ਇੱਥੋਂ ਮਿਲਦਾ। ਤੇ ਜੋ ਤੁਸੀਂ ਮੰਗਦੇ ਹੋ ਇੱਥੋਂ ਲੈ ਕੇ ਤੁਹਾਨੂੰ ਦੇ ਦਿੰਦੇ ਆ। ਤੇ ਲੈਣਾ ਤਾਂ ਇੱਥੋਂ ਹੀ ਹੈ ਨਾ, ਸਾਡੇ ਕੋਲ ਕਿਹੜਾ ਕੁਝ ਹੈ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜੇ ਇੱਥੇ ਝਾੜੂ ਫੇਰਿਆ ਤੁਹਾਨੂੰ ਸਭ ਕੁਝ ਮਿਲਦਾ ਹੈ, ਤੇ ਤੁਸੀਂ ਸਾਨੂੰ ਦੇ ਕੇ ਪੂਜਨੀਕ ਬਣ ਜਾਂਦੇ ਹੋ, ਤੇ ਫਿਰ ਕਿਉਂ ਨਾ ਮੈਂ ਵੀ ਇੱਥੇ ਹੀ ਝਾੜੂ ਫੇਰਾਂ।
ਮੈਨੂੰ ਲੋੜ ਹੀ ਨਹੀਂ ਵਿੱਚ ਕੋਈ ਵਿਚੋਲਾ ਪਾਉਣ ਦੀ, ਤਾਂ ਕਿ ਮੈਨੂੰ ਹੀ ਇੱਥੋਂ ਸਾਰਾ ਕੁਝ ਮਿਲ ਜਾਏ। ਇਸੇ ਕਰਕੇ ਸਰੋਵਰ ਉਹ ਲੱਭਣਾ ਜਿੱਥੋਂ ਕੋਈ ਵਸਤੂ ਲੱਭ ਜਾਏ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੇਵਾ ਕਰਨ ਲੱਗੇ। ਕਈ ਵਾਰੀ ਕਹਿੰਦੇ ਨਾ ਆਪਾਂ ਸ਼ਬਦ ਵਰਤਨਿਆ ਵੀ ਦੇਵੀ ਪੂਜਕ ਸਨ, ਪਰ ਮੈਂ ਕਈ ਵਾਰੀ ਇਹ ਸੋਚਦਾ ਹਾਂ ਕਿ ਜਦੋਂ ਗੁਰਬਾਣੀ ਕਹਿੰਦੀ ਹੈ ਵੀ ਧੁਰ ਦਰਗਾਹੋਂ ਬਖਸ਼ਿਸ਼ਾਂ ਲੈ ਕੇ ਆਏ, ਤੇ ਉਹਨਾਂ ਨੂੰ ਦੇਵੀ ਪੂਜਣ ਦੀ ਕੋਈ ਲੋੜ ਨਹੀਂ ਸੀ, ਬਲਕਿ ਗੁਰੂ ਸਾਹਿਬ ਜੀ ਨੇ ਆਮ ਸਾਡੇ ਜਿਹੇ ਮਨੁੱਖ ਬਣ ਕੇ ਉਹਨਾਂ ਨੇ ਸਾਨੂੰ ਇੱਕ ਮੈਸੇਜ ਦਿੱਤਾ, ਸਾਨੂੰ ਸਮਝਾਇਆ, ਉਪਦੇਸ਼ ਦਿੱਤਾ ਕਿ ਭਾਈ ਇੱਥੋਂ ਨਹੀਂ ਤੁਹਾਨੂੰ ਕੁਝ ਲੱਭਣਾ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਹੈ ਕੋਏ। ਜੇ ਤੁਸੀਂ ਛੱਪੜਾਂ ਵਿੱਚੋਂ ਜਾ ਕੇ ਵਸਤੂਆਂ ਲੱਭੋਗੇ ਨਾ, ਤੁਹਾਨੂੰ ਉੱਥੋਂ ਕੁਝ ਨਹੀਂ ਮਿਲਣੀਆਂ। ਉਸ ਨੂੰ ਜਪੀਏ ਜਿਹੜਾ ਸਾਰੇ ਸੰਸਾਰ ਦਾ ਕਰਤਾ ਹੈ। ਬਿਨ ਕਰਤਾਰ ਨਾ ਕੀਰਤਮ ਮਾਨੋ। ਗੁਰੂ ਕਲਗੀਧਰ ਜੀ ਕਹਿੰਦੇ ਕਰਤਾਰ ਤੋਂ ਬਿਨਾ ਕਿਸੇ ਨੂੰ ਕਰਤਾ ਨਾ ਮੰਨਿਆ ਕਰੋ। ਜਪਣਾ ਹੋਵੇ ਤੇ ਉਸ ਅਕਾਲ ਪੁਰਖ ਦਾ ਨਾਮ ਜਪੋ, ਕਿਉਂਕਿ ਬਿਨ ਹਰ ਨਾਮ ਨਾ ਬਾਚਨ ਪਹਿ। 14 ਲੋਕ ਜਾਹੇ ਬਸ ਕੀਨੇ, ਤਾਤੇ ਕਹਾ ਭਲੈ ਹੈ। ਰਾਮ ਰਹੀਮ ਉਬਾਰ ਨਾ ਸਕ ਹੈ, ਜਾ ਕਰ ਨਾਮ ਰਟੈ ਹੈ। ਗੁਰੂ ਕਲਗੀਧਰ ਜੀ ਕਹਿੰਦੇ ਤੈਨੂੰ ਕਿਸੇ ਨੇ ਨਹੀਂ ਬਚਾਉਣਾ, ਨਾ ਰਾਮ ਨਾ ਰਹੀਮ। ਜਿਨ੍ਹਾਂ ਦਾ ਨਾਮ ਜਪਦਾ ਨਾ, ਇਹ ਨਹੀਂ ਤੈਨੂੰ ਬਚਾਉਣਗੇ। ਜੇ ਬਚਣਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਫੜ ਲੈ। ਕੇਵਲ ਕਾਲਈ ਕਰਤਾਰ, ਜੋ ਸਾਰਿਆਂ ਨੂੰ ਪਾਲਣ ਵਾਲਾ, ਪੈਦਾ ਕਰਨ ਵਾਲਾ, ਸੰਘਾਰਨ ਵਾਲਾ ਅਕਾਲ ਪੁਰਖ ਹੈ ਨਾ, ਉਸ ਸ਼ੁੱਧ ਸਰੂਪ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲੈ। ਉਸ ਕਰਤੇ ਨੂੰ ਕਰਤਾ ਮੰਨ, ਜਿਹਨੇ ਸੰਸਾਰ ਬਣਾਇਆ, ਉਹਨੂੰ ਪੂਜ, ਫਿਰ ਤੇਰੀ ਝੋਲੀ ਭਰ ਜਾਏਗੀ। ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਨ ਦਾ ਹੀ ਸਾਨੂੰ ਉਪਦੇਸ਼ ਦਿੰਦੇ ਨੇ। ਦਸਮ ਦੀ ਬਾਣੀ ਗੁਰੂ ਕਲਗੀਧਰ ਜੀ ਨੇ ਲਿਖੀ, ਔਰ ਬੜੇ ਮਹਾਰਾਜ ਨੇ ਡੰਕੇ ਦੀ ਚੋਟ ਦੇ ਉੱਪਰ ਇਹ ਗੱਲ ਸਮਾਜ ਨੂੰ ਸਮਝਾਈ ਹੈ ਕਿ ਅਕਾਲ ਪੁਰਖ ਦੀ ਬੰਦਗੀ ਤੋਂ ਬਿਨਾਂ ਸਾਨੂੰ ਕਿਸੇ ਹੋਰ ਨੇ ਨਹੀਂ ਛਡਾਉਣਾ। ਇਸ ਵਾਸਤੇ ਕਿਸੇ ਦੀ ਪੂਜਾ ਕਰਨ ਦੀ ਬਜਾਏ ਛੱਪੜ ਢੂਡੈ ਕਿਆ ਹੋਵੈ। ਬਾਬਾ ਫਰੀਦ ਜੀ ਕਹਿੰਦੇ ਛੱਪੜਾਂ ਦੇ ਵਿੱਚੋਂ ਕੁਝ ਢੂੰਡੋਗੇ, ਉਹਦੇ ਨਾਲ ਕੀ ਹੋ ਜਾਣਾ? ਕਹਿੰਦੇ ਤੁਹਾਡਾ ਹਾਥੀ ਚਿੱਕੜ ਵਿੱਚ ਡੁੱਬੇਗਾ। ਇਸ ਵਾਸਤੇ ਇਹਦੇ ਦੋ ਭਾਵ ਨੇ ਜੀ। ਪਹਿਲਾ ਕੁਸੰਗਤ, ਜੇ ਅਸੀਂ ਮਾੜੀ ਸੰਗਤ ਕਰਾਂਗੇ, ਇਹ ਛੱਪੜ ਹੈ। ਮਾੜੀ ਸੰਗਤ ਜਿਹੜੀ ਹੈ, ਛੱਪੜ ਦੇ ਵਿੱਚ ਹਮੇਸ਼ਾ ਮੈਲ ਲੱਗਦੀ ਹੈ। ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਬਗਲਾ ਵਿਚਾਰਾ ਜਦੋਂ ਛੱਪੜੀ ਵਿੱਚ ਨਹਾਉਂਦਾ ਤੇ ਹੁੰਦਾ ਕੀ ਹੈ, ਚਿੱਕੜ ਦੇ ਨਾਲ ਭਰ ਜਾਂਦਾ ਹੈ, ਉਹਦੀ ਮੈਲ ਵੀ ਨਹੀਂ ਉਤਰਦੀ, ਆਪਣੇ ਵੱਲੋਂ ਤਾਂ ਇਸ਼ਨਾਨ ਹੀ ਕਰਦਾ ਹੈ। ਕੋ ਸੰਗਤ ਦੇ ਵਿੱਚ ਬੈਠਿਆਂ ਹਮੇਸ਼ਾ ਚਿੱਕੜ ਹੀ ਲੱਗਦਾ ਹੈ, ਵਿਸ਼ੇ ਵਿਕਾਰਾਂ ਦੀ ਮੈਲ ਲੱਗਦੀ ਹੈ। ਤੋ ਇਸ ਵਾਸਤੇ ਬਾਬਾ ਫਰੀਦ ਜੀ ਕਹਿੰਦੇ ਉਹੋ ਜਿਹਾ ਸਰੋਵਰ ਢੂੰਡ ਲੈ ਜਿੱਥੇ ਇਸ਼ਨਾਨ ਕਰਨ ਨਾਲ ਤੇਰੀ ਮੈਲ ਉਤਰ ਜਾਏ। ਉਹ ਸਰੋਵਰ ਗੁਰਮੁਖੋ ਸਤ ਸੰਗਤ ਦਾ ਹੈ। ਇੱਕ ਸਰੋਵਰ ਗੁਰਬਾਣੀ ਸਾਨੂੰ ਹੋਰ ਵੀ ਸਮਝਾਉਂਦੀ ਹੈ, ਅੰਤਰਗਤ ਤੀਰਥ ਮਲ ਨਾਓ। ਇਹ ਜਿਹੜਾ ਆਤਮਾ ਦਾ ਤੀਰਥ ਹੈ ਨਾ, ਇਹਦੇ ਵਿੱਚ ਵੀ ਆਪਾਂ ਇਸ਼ਨਾਨ ਕਰਨਾ। ਫਿਰ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਵੀ ਤੀਰਥ ਹੈ, ਨਾਮ ਵੀ ਤੀਰਥ ਹੈ। ਜੇ ਇਸ਼ਨਾਨ ਕਰਨਾ ਤੇ ਇਹਨਾਂ ਵਿੱਚ ਇਸ਼ਨਾਨ ਕਰ ਲੈ, ਤਾਂ ਕਿ ਤੇਰੀ ਸਾਰੀ ਮੈਲ ਹੀ ਉਤਰ ਜਾਵੇ। ਇਹ ਵੀ ਤੀਰਥ ਨੇ। ਤੇ ਗੁਰਮੁਖੋ, ਜਦੋਂ ਅਸੀਂ ਕੁਸੰਗਤ ਵਿੱਚ ਬਹਿੰਦੇ ਹਾਂ ਤੇ ਮੈਲ ਲੱਗਦੀ। ਦੂਜਾ ਭਾਵ ਅਰਥ ਕਿ ਜੇਕਰ ਛੱਪੜ ਅਸੀਂ ਪੂਜਾਂਗੇ, ਛੱਪੜ ਪੂਜਣ ਤੋਂ ਮੁਰਾਦ ਦੇਵੀ ਦੇਵਤੇ, ਕੱਚੇ ਪਿੱਲੇ ਜਿਨੇ ਤੁਰੇ ਫਿਰਦੇ ਜਗਤ ਅੰਦਰ, ਆ ਪੀਰ ਫਕੀਰ ਗੁੱਗੇ ਆਦਿਕ, ਜੇ ਇਹਨਾਂ ਨੂੰ ਪੂਜਾਂਗੇ ਨਾ, ਤੇ ਬਾਬਾ ਜੀ ਕਹਿੰਦੇ ਮਿਲਣਾ ਕੁਝ ਨਹੀਂ, ਬਸ ਚਿੱਕੜ ਵਿੱਚ ਹੀ ਤੁਹਾਡੇ ਹੱਥ ਡੁੱਬਣਗੇ, ਤੁਹਾਡਾ ਭਲਾ ਨਹੀਂ ਹੋਵੇਗਾ। ਫਰੀਦਾ ਨੰਢੀ ਕੰਤ ਨ ਰਾਵਿਓ, ਵੱਡੀ ਥੀ ਮੁਈਆਸ। ਬਾਬਾ ਫਰੀਦ ਜੀ ਕਹਿੰਦੇ ਜਦੋਂ ਨੰਢੀ, ਨੰਢੀ ਦਾ ਭਾਵ ਹੁੰਦਾ ਜੀ ਛੋਟੀ ਉਮਰੇ। ਜਦੋਂ ਤਾਂ ਉਮਰ ਛੋਟੀ ਸੀ, ਕੰਤ ਨਾ ਰਾਵਿਓ, ਉਦੋਂ ਉਸ ਮਾਲਕ ਦਾ ਨਾਮ ਨਹੀਂ ਜਪਿਆ।
ਵੱਡੀ ਥੀ ਮੁਈ ਆਸ, ਜਦੋਂ ਵੱਡਾ ਹੋ ਗਿਆ, ਹੌਲੀ ਹੌਲੀ ਜਵਾਨੀ ਤੋਂ ਬਜ਼ੁਰਗੀ ਤਬਦੀਲ ਹੋਣ ਲੱਗ ਪਈ, ਉਦੋਂ ਫਿਰ ਮਨ ਦੇ ਅੰਦਰੋਂ ਪਰਮਾਤਮਾ ਨੂੰ ਮਿਲਣ ਦੀ ਆਸ ਜਿਹੜੀ ਸੀ ਮੁਈ ਕਹਿੰਦੇ ਮਰ ਗਈ। ਉਦੋਂ ਤਾਂ ਨਾਮ ਨਹੀਂ ਨਾ ਜਪਿਆ ਜਾਂਦਾ, ਜਦੋਂ ਸਮਾਂ ਸੀ ਉਦੋਂ ਨਹੀਂ ਜਪਿਆ, ਜਦੋਂ ਸਮਾਂ ਲੰਘ ਜਾਏ ਫਿਰ ਨਹੀਂ ਜਪਿਆ ਜਾਂਦਾ। ਹਰ ਇੱਕ ਕੰਮ, ਹਰ ਇੱਕ ਕਾਰਜ ਸਮੇਂ ਨਾਲ ਹੁੰਦਾ। ਬਾਬਾ ਫਰੀਦ ਜੀ ਕਹਿੰਦੇ ਜਦੋਂ ਨਾਮ ਜਪਣ ਦਾ ਵੇਲਾ ਸੀ ਉਦੋਂ ਨਹੀਂ ਜਪਿਆ, ਹੁਣ ਵੇਲਾ ਨਿਕਲ ਗਿਆ ਤੇ ਹੁਣ ਮਨ ਅੰਦਰੋਂ ਪਰਮਾਤਮਾ ਨੂੰ ਮਿਲਣ ਦੀ ਆਸ ਵੀ ਮਰ ਗਈ ਹੈ। ਇੱਕ ਹੈ ਜੀ ਇਹ ਅਖਰੀ ਅਰਥ। ਦੂਜਾ ਇਹਦਾ ਭਾਵ ਅਰਥ ਹੈ ਫਰੀਦਾ ਨੰਢੀ ਕੰਤ ਨਾ ਰਾਵਿਓ। ਨੰਢੀ ਤੋਂ ਭਾਵ ਹੈ ਨਿਮਰਤਾ। ਨਿਮਰਤਾ ਦੇ ਨਾਲ ਉਸ ਕੰਤ ਨੂੰ ਜਪਿਆ ਨਹੀਂ। ਹਾਂ ਜੇ ਜਪਿਆ ਤੇ ਹਉਮੈ ਦੇ ਵਿੱਚ। ਜੇ ਆਪਾਂ ਆਪਣੇ ਅੰਦਰ ਝਾਤੀ ਮਾਰੀਏ ਜੀ, ਅੰਦਰ ਕਿਤੇ ਨਾ ਕਿਤੇ ਹਉਮੈ ਦਾ ਤਿਣਕਾ ਪਿਆ ਹੀ ਹੁੰਦਾ ਹੈ। ਦੋ ਤਰ੍ਹਾਂ ਦੀ ਹਉਮੈ ਹੁੰਦੀ ਹੈ, ਸਥੂਲ ਹਉਮੈ ਤੇ ਸੂਖਮ ਹਉਮੈ। ਕਿਸੇ ਅੰਦਰ ਤਾਂ ਬੜੇ ਸਥੂਲ ਰੂਪ ਵਿੱਚ ਹੁੰਦੀ ਆ ਵੀ ਉਹ ਡੰਕੇ ਦੀ ਚੋਟ 'ਚ ਕਹਿੰਦੇ ਨੇ ਵੀ ਆਪਾਂ ਕੰਮ ਕਰਦੇ ਹਾਂ। ਇੱਕ ਜਣਾਉਂਦੇ ਤਾਂ ਨਹੀਂ, ਪਰ ਕਿਤੇ ਨਾ ਕਿਤੇ ਮਨ ਦੇ ਅੰਦਰ ਖਿਆਲ ਜ਼ਰੂਰ ਪਨਪਦਾ ਰਹਿੰਦਾ ਵੀ ਲੋਕ ਮੈਨੂੰ ਚੰਗਾ ਕਹਿਣ। ਇੱਕ ਦਿਨ ਉਦਾਹਰਣ ਦਿੱਤੀ ਸੀ ਮੁਹੰਮਦ ਸਾਹਿਬ ਜੀ, ਉਹਨਾਂ ਦੇ ਨਾਲ ਇੱਕ ਨੌਜਵਾਨ ਕਹਿੰਦਾ ਜੀ ਨਮਾਜ਼ ਪੜ੍ਹਨ ਲੈ ਜਾਓ ਮੈਨੂੰ ਨਾਲ। ਕਹਿੰਦੇ ਚੱਲ ਭਾਈ ਕੋਈ ਨਹੀਂ, ਮੈਂ ਜਾਣਾ ਨਮਾਜ਼ ਪੜ੍ਹਨ ਤੇ ਤੂੰ ਵੀ ਚਲਾ ਜਾਈਂ ਮੇਰੇ ਨਾਲ। ਉਹਨੇ 5-7 ਦਿਨ ਜਦੋਂ ਨਮਾਜ਼ ਪੜ੍ਹੀ ਨਾ, ਜਦੋਂ ਫਜਰ ਦੀ ਨਮਾਜ਼ ਪੜ੍ਹਦੇ ਨੇ ਅੰਮ੍ਰਿਤ ਵੇਲੇ ਉੱਠ ਕੇ, ਹਰ ਇੱਕ ਧਰਮ ਮਜ਼ਹਬ ਦੇ ਅੰਦਰ ਅੰਮ੍ਰਿਤ ਵੇਲੇ ਦੀ ਬੜੀ ਮਹਿਮਾ ਹੈ। ਔਰ ਗੁਰੂ ਘਰ ਵਿੱਚ ਤਾਂ ਮਹਿਮਾ ਹੀ ਅੰਮ੍ਰਿਤ ਵੇਲੇ ਦੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਿੱਖ ਸ਼ਾਦੀ ਸਾਹਿਬ ਕਹਿੰਦੇ ਅੰਮ੍ਰਿਤ ਵੇਲਾ ਉਹ ਬ੍ਰਹਮ ਮੁਹੂਰਤ ਵੇਲਾ, ਇਹਨੂੰ ਬ੍ਰਹਮ ਮੁਹੂਰਤ ਵੀ ਕਹਿੰਦੇ ਨੇ। ਇਹ ਉਹ ਵੇਲਾ ਹੈ ਜੇ ਤੂੰ ਕਿਤੇ ਅੰਮ੍ਰਿਤ ਵੇਲੇ ਹੱਥ ਅੱਡ ਕੇ, ਝੋਲੀ ਅੱਡ ਕੇ ਰੱਬ ਦੇ ਸਾਹਮਣੇ ਇਸ ਸਮੇਂ ਭਿਖਾਰੀ ਬਣ ਜਾਏ, ਉਹ ਤੈਨੂੰ ਦੁਨੀਆ ਦਾ ਬਾਦਸ਼ਾਹ ਬਣਾ ਦੇ। ਗੁਰੂ ਨਾਨਕ ਸਾਹਿਬ ਜੀ ਤਾਂ ਸਾਨੂੰ ਰੋਜ਼ ਸਮਝਾਉਂਦੇ ਨੇ ਸਵੇਰੇ ਸ਼ਾਮ, ਜਿਸ ਨੂੰ ਬਖਸ਼ੇ ਸਿਫਤ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਹਨੂੰ ਉਹ ਸਿਫਤ ਸਲਾਹ ਬਖਸ਼ ਦੇ, ਆਪਣੀ ਵਡਿਆਈ ਦੇ ਦੇ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਨੇ। ਉਹਦੀ ਵਡਿਆਈ ਵਿੱਚ ਬੜੀਆਂ ਹੀ ਰਹਿਮਤਾਂ ਨੇ, ਬੜੀਆਂ ਹੀ ਬਖਸ਼ਿਸ਼ਾਂ ਨੇ। ਤੇਰੀ ਸਿਫਤ ਸਵਾਲਿਓ ਸਰੂਪ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਤੇਰੀ ਵਡਿਆਈ ਬੜੀ ਸੋਹਣੀ ਹੈ। ਜਿਨ੍ਹਾਂ ਨੇ ਤੇਰੀ ਵਡਿਆਈ ਕਰ ਲਈ, ਤੂੰ ਤਾਰ ਦਿੱਤਾ ਉਹਨਾਂ ਨੂੰ ਸੰਸਾਰ ਤੋਂ, ਉਹਨਾਂ ਦਾ ਭਲਾ ਕਰ ਦਿੱਤਾ। ਫਜਰ ਦੀ ਨਮਾਜ਼ ਪੜ੍ਹਨ ਜਾਂਦੇ ਨੇ ਤੇ ਇੱਕ ਦਿਨ ਕੀ ਹੋਇਆ ਵੀ ਉਹ ਨੌਜਵਾਨ ਜਦੋਂ ਲੰਘਿਆ, ਚਲੋ ਅੱਜ ਕੱਲ੍ਹ ਤਾਂ ਘਰ ਬੰਦ ਹੋ ਗਏ, ਪਤਾ ਨਹੀਂ ਲੱਗਦਾ ਕੌਣ ਕਿੱਥੇ ਸੁੱਤਾ ਪਿਆ। ਉਦੋਂ ਲੋਕ ਜਿਵੇਂ ਗਰਮੀਆਂ ਹੁੰਦੀਆਂ ਬਾਹਰ ਹੀ ਪੈ ਜਾਂਦੇ ਸਨ, ਮੰਜਿਆਂ ਤੇ ਸੁੱਤੇ ਹੁੰਦੇ ਸਨ। ਤੇ ਗਰਮੀ ਦਾ ਵੇਲਾ ਜਦੋਂ ਫਜਰ ਦੀ ਨਮਾਜ਼ ਪੜ੍ਹਨ ਵਾਸਤੇ ਜਾ ਰਹੇ ਸਨ ਤੇ ਨਿਗਾਹ ਪੈ ਗਈ ਵੀ ਸਾਰੇ ਸੁੱਤੇ ਪਏ ਸਨ। ਵੇਖ ਕੇ ਉਹ ਨੌਜਵਾਨ ਕਹਿਣ ਲੱਗਾ, ਪੈਗੰਬਰ ਜੀ ਆਹ ਵੇਖੋ ਲੋਕਾਂ ਦੇ ਕਿੰਨੇ ਮਾੜੇ ਭਾਗ ਨੇ ਵੀ ਸੁੱਤੇ ਪਏ ਨੇ, ਅੰਮ੍ਰਿਤ ਵੇਲੇ ਉੱਠਦੇ ਨਮਾਜ਼ ਪੜ੍ਹ ਲੈਂਦੇ, ਰੱਬ ਨੂੰ ਚੇਤੇ ਕਰ ਲੈਂਦੇ, ਕਿਵੇਂ ਗਾਫਲ ਹੋ ਕੇ ਸੁੱਤੇ ਨੇ। ਇਹ ਜਦੋਂ ਗੱਲ ਸੁਣੀ ਨਾ ਤੇ ਮੁਹੰਮਦ ਸਾਹਿਬ ਜੀ ਕਹਿੰਦੇ ਕੱਲ ਤੋਂ ਤੂੰ ਮੇਰੇ ਨਾਲ ਨਮਾਜ਼ ਨਹੀਂ ਪੜ੍ਹਨੀ, ਤੂੰ ਨਹੀਂ ਆਉਣਾ ਨਮਾਜ਼ ਪੜ੍ਹਨ। ਕਹਿੰਦਾ ਜੀ ਕੀ ਗਲਤੀ ਹੋ ਗਈ? ਕਹਿੰਦੇ ਗਲਤੀ ਇਹੀ ਸਭ ਤੋਂ ਵੱਡੀ ਹੈ। ਮੈਨੂੰ ਸਾਰੀ ਉਮਰ ਹੋ ਗਿਆ ਇਹ ਕਰਮ ਕਰਦਿਆਂ, ਕਦੇ ਮੈਂ ਨਹੀਂ ਸੋਚਿਆ ਇੰਨੀ ਗੱਲ ਨੂੰ। ਜਿਹੜੀ ਗੱਲ ਤੂੰ 10 ਦਿਨਾਂ ਵਿੱਚ ਹੀ ਸੋਚਣੀ ਸ਼ੁਰੂ ਕਰ ਦਿੱਤੀ ਹੈ ਵੀ ਤੈਨੂੰ ਲੱਗਦਾ ਤੂੰ ਬੜਾ ਵੱਡਾ ਨਮਾਜ਼ੀ ਹੈ। 10 ਦਿਨਾਂ ਵਿੱਚ ਇੰਨਾ ਵੱਡਾ ਨਮਾਜ਼ੀ ਬਣ ਗਿਆ ਕਿ ਤੈਨੂੰ ਬਾਕੀ ਸਾਰੇ ਸੁੱਤੇ ਹੀ ਲੱਗੇ ਨੇ, ਵੀ ਸਾਰੇ ਸੁੱਤੇ ਪਏ ਨੇ, ਉੱਠ ਕੇ ਨਮਾਜ਼ ਨਹੀਂ ਪੜ੍ਹਦੇ। ਤੂੰ ਨਮਾਜ਼ ਨਹੀਂ ਪੜ੍ਹਨੀ, ਤੇਰੇ ਅੰਦਰ ਨਾ ਹਉਮੈ ਪੈਦਾ ਹੋ ਗਈ, ਹੰਕਾਰ ਪੈਦਾ ਹੋ ਗਿਆ ਤੇਰੇ ਅੰਦਰ। ਤੂੰ ਨਮਾਜ਼ ਪੜ੍ਹਨ ਦੇ ਲਾਇਕ ਨਹੀਂ, ਤੂੰ ਨਹੀਂ ਮੇਰੇ ਨਾਲ ਆਉਣਾ। ਇਹ ਸੁਭਾਵਿਕ ਹੈ ਵੀ ਜਦੋਂ ਆਪਾਂ ਕੋਈ ਕਰਮ ਕਰਨ ਲੱਗ ਪੈਨੇ ਆ ਨਾ, 2 4 10 15 20 50 ਦਿਨ, ਸਾਡੇ ਅੰਦਰ ਵੀ ਕਿਤੇ ਨਾ ਕਿਤੇ ਖਿਆਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਵੀ ਦੂਜਾ ਨਹੀਂ ਗੁਰਦੁਆਰੇ ਆਉਂਦਾ, ਮੈਂ ਜਾਣਾ ਆ।
ਸੱਚ ਜਾਣਿਓ ਕਿ ਫਿਰ ਬਾਣੀ ਜਿਹੜਾ ਸ਼ਬਦ ਕਹਿੰਦੀ ਹੈ ਨਾ ਵੀ ਛੱਪੜ ਵਿੱਚ ਨਹਾ ਕੇ ਤੇ ਚਿੱਕੜੀ ਲੱਗਦਾ ਮੈਲ ਨਹੀਂ ਉਤਰਦੀ ਹੁੰਦੀ। ਕਿਆ ਬਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ। ਫਿਰ ਉਹ ਸਾਡਾ ਹਾਲ ਹੈ ਵੀ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁੱਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਨਹਾਉਂਦਾ, ਨਹਾ ਕੇ ਮੈਲ ਲਾ ਕੇ ਉੱਪਰ ਫਿਰ ਮਿੱਟੀ ਪਾ ਲੈਂਦਾ। ਆਪਣਾ ਹਾਲ ਉਹ ਹੈ ਵੀ ਇੱਕ ਪਾਸੇ ਮਿੱਟੀ ਲਾਉਂਦੇ ਆ, ਫਿਰ ਹੋਰ ਚਾੜ ਲੈਂਦੇ ਆ ਉੱਪਰ, ਹੋਰ ਮਿੱਟੀ ਪਾ ਲੈਂਦੇ ਆ। ਜਿਵੇਂ ਸਤਿਗੁਰੂ ਜੀ ਕਹਿੰਦੇ ਨਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਓ ਲੱਥੀ ਨਹਾਤਿਆ ਦੋਏ ਭਾ ਚੜੀ ਅਸ ਹੋਰ। ਇੱਕ ਤਾਂ ਮੈਲ ਲਾ ਲਈ ਤੀਰਥ ਨਹਾ ਕੇ, ਫਿਰ ਹੋਰ ਚਾੜ ਲਈ, ਦੁੱਗਣੀ ਮੈਲ ਹੋਰ ਚੜ ਗਈ ਉੱਤੇ ਵੀ ਮੈਂ ਤੀਰਥ ਤੇ ਇਸ਼ਨਾਨ ਕਰਕੇ ਆਇਆ, ਮੈਂ ਆਹ ਧਾਰਮਿਕ ਕਰਮ ਕੀਤਾ ਆ। ਯਾਨੀ ਕਿ ਅੰਦਰ ਦੀ ਜਿਹੜੀ ਹਉਮੈ ਹੈ ਨਾ, ਉਹ ਬੰਦੇ ਨੂੰ ਟਿਕਣ ਨਹੀਂ ਦਿੰਦੀ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਵੀ ਨਿਮਰਤਾ ਦੇ ਨਾਲ ਵਾਹਿਗੁਰੂ ਨੂੰ ਤੂੰ ਜਪਿਆ ਨਹੀਂ ਫਰੀਦਾ, ਨੰਢੀ ਕੰਤ ਨਾ ਰਾਵਿਓ। ਨਿਮਰਤਾ ਨਾਲ ਨਹੀਂ, ਹਾਂ ਜਪਦਾ ਜ਼ਰੂਰ ਹੈ, ਜ਼ਰੂਰ ਧਾਰਮਿਕ ਕਰਮ ਕਰਦਾ ਕਰ, ਪਰ ਹਉਮੈ ਦੇ ਵਿੱਚ ਆ ਕੇ, ਹੰਕਾਰ ਦੇ ਵਿੱਚ ਆ ਕੇ, ਨਿਮਰਤਾ ਨਾਲ ਨਹੀਂ। ਕਹਿੰਦੇ ਵੱਡੀ ਥੀ ਮੁਯਾਸ, ਵੱਡੀ ਤੋਂ ਮੁਰਾਦ ਹੈ ਹਉਮੈ। ਜਦੋਂ ਉਹ ਵੱਡਾਪਣ ਸਾਡੇ ਅੰਦਰ ਆ ਜਾਂਦਾ ਨਾ, ਫਿਰ ਕਹਿੰਦੇ ਰੱਬ ਨੂੰ ਮਿਲਣ ਦੀ ਆਸ ਮਰ ਜਾਂਦੀ ਹੈ। ਫਿਰ ਬੰਦੇ ਨੂੰ ਇਹ ਲੱਗਦਾ ਵੀ ਮੈਂ ਵੱਡਾ ਹਾਂ, ਧਾਰਮਿਕ ਕਰਮ ਕਰਦਿਆਂ ਫਿਰ ਰੱਬ ਨੂੰ ਪ੍ਰਾਪਤ ਕਰਨ ਦੀ ਅੰਦਰ ਕੋਈ ਇੱਛਾ, ਕੋਈ ਚਾਹਨਾ ਨਹੀਂ ਹੁੰਦੀ। ਤਨ ਕੁਕੇਂਦੀ ਕੌਰ ਮੇ ਤੈ ਸਹਿ ਨਾ ਮਿਲਿਆਸ। ਬਾਬਾ ਫਰੀਦ ਜੀ ਕਹਿੰਦੇ ਫਿਰ ਇੱਕ ਦਿਨ ਇਹੋ ਜਿਹਾ ਆਉਂਦਾ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲ ਕੇ ਗੋਰ ਕਬਰ ਵਿੱਚ ਜਾ ਪੈਂਦੀ ਹੈ। ਜਦੋਂ ਸਰੀਰ ਕਬਰ ਵਿੱਚ ਦਫਨਾ ਦਿੱਤਾ ਜਾਂਦਾ, ਇਸਲਾਮ ਦਾ ਇਹ ਮਤ ਹੈ ਜੀ। ਬਾਬਾ ਜੀ ਨੇ ਉਸ ਹਿਸਾਬ ਨਾਲ ਗੱਲ ਕੀਤੀ ਹੈ। ਬਾਬਾ ਜੀ ਕਹਿੰਦੇ ਜਦੋਂ ਸਰੀਰ ਕਬਰਾਂ ਵਿੱਚ ਜਾਂਦਾ ਨਾ, ਇਸਲਾਮ ਇਹ ਗੱਲ ਕਹਿੰਦਾ ਹੈ ਵੀ ਜਿੰਨੀ ਦੇਰ ਤੱਕ ਜਗਤ ਵਿੱਚ ਕਿਆਮਤ ਨਹੀਂ ਆਉਂਦੀ, ਪਰਲੋ ਨਹੀਂ ਆਉਂਦੀ, ਉਨੀ ਦੇਰ ਤੱਕ ਕਬਰਾਂ ਵਿੱਚ ਮੁਰਦੇ ਪਏ ਰਹਿੰਦੇ ਨੇ, ਆਤਮਾ ਕਬਰਾਂ ਵਿੱਚ ਦੱਬੀ ਰਹਿੰਦੀ ਹੈ। ਜਦੋਂ ਕਿਆਮਤ ਦਾ ਦਿਨ ਆਉਣਾ, ਆਪਾਂ ਕਹਿ ਲਈਏ ਵੀ ਦੁਨੀਆ ਖਤਮ ਹੋਣੀ ਹੈ, ਪਰਲੋ ਆਉਣੀ ਹੈ, ਕਹਿੰਦੇ ਉਦੋਂ ਫਿਰ ਕਬਰਾਂ ਦੇ ਵਿੱਚੋਂ ਇਹ ਜੀਵ ਆਤਮਾਵਾਂ ਉੱਠਣਗੀਆਂ, ਖੁਦਾ ਦੇ ਘਰ ਵਿੱਚ ਜਾਣਗੀਆਂ। ਉੱਥੇ ਜਾ ਕੇ ਫਿਰ ਇਹਨਾਂ ਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਪ੍ਰਾਪਤ ਹੋਵੇਗੀ। ਐਸਾ ਇਸਲਾਮੀ ਮਤ ਹੈ। ਤੋ ਬਾਬਾ ਜੀ ਨੇ ਉਹ ਉਦਾਹਰਣ ਦੇ ਕੇ ਸਮਝਾਇਆ। ਕਹਿੰਦੇ ਧਨ ਕੋ ਕਹਿੰਦੀ ਗੋਰ ਮੇ, ਇਹ ਧਨ ਯਾਨੀ ਕਿ ਜੀਵ ਆਤਮਾ ਕਬਰਾਂ ਵਿੱਚ ਪਈ ਹੋਈ ਫਿਰ ਕੂਕਦੀ ਹੈ, ਪਰ ਬਾਬਾ ਜੀ ਕਹਿੰਦੇ ਸਹਿ ਨਾ ਮਿਲੀ ਆਸ, ਹੁਣ ਨਹੀਂ ਤੈਨੂੰ ਉਹ ਵਾਹਿਗੁਰੂ ਪ੍ਰਾਪਤ ਹੁੰਦਾ, ਹੁਣ ਨਹੀਂ। ਹੁਣ ਤਾਂ ਪਛਤਾਵਾ ਹੀ ਹੈ, ਪਛਤਾਈ ਚੱਲ ਕਬਰ ਵਿੱਚ ਪਿਆ। ਜਦੋਂ ਮਿਲਣ ਦਾ ਵਕਤ ਸੀ ਉਦੋਂ ਤਾਂ ਮਿਲਿਆ ਨਹੀਂ, ਜਦੋਂ ਅਰਾਧਨ ਦਾ ਵਕਤ ਸੀ ਉਦੋਂ ਤਾਂ ਅਰਾਧਿਆ ਨਹੀਂ, ਤੇ ਹੁਣ ਜਦੋਂ ਕਬਰ ਵਿੱਚ ਪੈ ਗਿਆ ਤੇ ਹੁਣ ਸੋਚੇ ਕਿ ਮੈਂ ਰੱਬ ਨੂੰ ਅਰਾਧ ਲਵਾਂ, ਹੁਣ ਨਹੀਂ ਜੇ ਅਰਾਧਿਆ ਜਾਣਾ, ਹੁਣ ਨਹੀਂ ਤੇਰਾ ਭਲਾ ਹੋਣਾ। ਹੁਣ ਤਾਂ ਦਰਗਾਹ ਵਿੱਚ ਜਾ ਕੇ ਫੈਸਲਾ ਹੋਵੇਗਾ ਕਿ ਤੂੰ ਕਿਹੜੇ ਪਾਸੇ ਜਾਣਾ ਜੇ, ਜਿਹੜੇ ਕਰਮ ਕੀਤੇ ਉਹਨਾਂ ਦਾ ਕੀ ਫਲ ਤੈਨੂੰ ਪ੍ਰਾਪਤ ਹੋਣਾ। ਇਸ ਵਾਸਤੇ ਬਾਬਾ ਜੀ ਕਹਿੰਦੇ ਸਰੀਰ ਦੇ ਰਹਿੰਦਿਆਂ ਅੰਦਰ ਦਾ ਅਭਿਮਾਨ ਮਾਰ ਕੇ ਨਿਮਰਤਾ ਨਾਲ, ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਅਸੀਂ ਗੁਰੂ ਜਪ ਕੇ, ਬਾਣੀ ਪੜ੍ਹ ਕੇ, ਸੰਗਤ ਕਰਕੇ ਆਪਣਾ ਉਧਾਰ ਕਰਨਾ ਜੇ। ਔਰ ਸੰਗਤ ਕਰਨੀ, ਬਾਣੀ ਪੜ੍ਹਨੀ, ਇਹ ਕਿਸੇ ਤੇ ਅਹਿਸਾਨ ਨਹੀਂ ਸਾਡਾ, ਨਾ ਗੁਰੂ ਤੇ ਹੈ, ਨਾ ਕਿਸੇ ਦੂਜੇ ਤੀਜੇ ਤੇ ਹੈ। ਜੇ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਇਹਦੇ ਨਾਲ ਸਾਡੇ ਆਪਣੇ ਹੀ ਜੀਵਨ ਦਾ ਭਲਾ ਹੈ। ਔਰ ਅਸੀਂ ਆਪਣੇ ਭਲੇ ਵਾਸਤੇ ਇੱਥੇ ਆਉਣਾ, ਨਾ ਕਿ ਦੂਜੇ ਤੇ ਅਸੀਂ ਅਹਿਸਾਨ ਜਤਾਉਣ ਦੇ ਲਈ ਆਉਣਾ ਵੀ ਮੈਂ ਗੁਰਦੁਆਰੇ ਆਇਆ। ਕੋਈ ਦੂਸਰਾ ਆਵੇ ਨਾ ਆਵੇ, ਇਹਦੇ ਨਾਲ ਸਾਨੂੰ ਮਤਲਬ ਨਹੀਂ ਹੋਣਾ ਚਾਹੀਦਾ। ਸਾਨੂੰ ਘੱਟੋ ਘੱਟ ਆਪਣੇ ਨਾਲ ਮਤਲਬ ਹੋਣਾ ਚਾਹੀਦਾ ਕਿ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਆਪਣਾ ਜੀਵਨ ਸਵਾਰਨਾ ਹੈ, ਆਪਣਾ ਜੀਵਨ ਸਫਲਾ ਕਰਨਾ ਹੈ, ਸੁਖ ਭਾਲਣੇ ਨੇ। ਇੱਥੇ ਬੈਠੀਏ, ਗੁਰੂ ਦੀ ਗੋਦ ਵਿੱਚ ਬੈਠੀਏ, ਗੁਰੂ ਦਾ ਜਸ ਸੁਣੀਏ,
ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਉਂ-ਜਿਉਂ ਸਿਮਰਾਂਗੇ ਨਾ ਕੋਈ ਦੁੱਖ ਰਹੇਗਾ, ਨਾ ਕੋਈ ਕਲੇਸ਼ ਰਹੇਗਾ। ਸਮੇਂ-ਸਮੇਂ ਨਾਲ ਸਾਰਾ ਕੁਝ ਮਿਟ ਜਾਂਦਾ ਹੈ। ਕਈਆਂ ਬੜੇ ਸਵਾਲ ਕੀਤੇ, ਅਕਸਰ ਆਉਂਦੇ ਨੇ ਸਵਾਲ ਵੀ ਬਾਣੀ ਵੀ ਪੜ੍ਹਦੇ ਹਾਂ, ਬੜਾ ਗੁਰਦੁਆਰੇ ਜਾਂਦੇ ਹਾਂ, ਬੜੀਆਂ ਅਰਦਾਸਾਂ ਕਰਦੇ ਹਾਂ, ਪਰ ਅਜੇ ਗੱਲ ਨਹੀਂ ਬਣੀ। ਪਰ ਜਦੋਂ ਲੇਖਾ ਜੋਖਾ ਵੀ ਵੱਡਾ ਹੋਵੇ ਨਾ, ਤੇ ਫਿਰ ਉਹ ਨਿਬੜਦਾ ਵੀ ਉਸੇ ਹਿਸਾਬ ਨਾਲ ਹੈ। ਪਰ ਇੰਨਾ ਕੁ ਸਾਨੂੰ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਘੱਟੋ ਘੱਟ ਮਹਾਰਾਜ ਨੇ ਸਾਨੂੰ ਚੰਗੇ ਪਾਸੇ ਲਾਇਆ। ਸਾਨੂੰ ਇਹੋ ਜਿਹਾ ਬੀਜ ਬੀਜਣ ਨਹੀਂ ਲਾਇਆ ਕਿ ਜਿਹੜਾ ਸਾਡੇ ਲਈ ਦੁਖਦਾਇਕ ਹੋਵੇ। ਸਾਨੂੰ ਇੱਦਾਂ ਦਾ ਬੀਜ ਬੀਜਣ ਲਈ ਗੁਰੂ ਸਾਹਿਬ ਨੇ ਲਾਇਆ ਜਿਹੜਾ ਬੀਜ ਬੀਜਿਆ ਸਾਡੇ ਲਈ ਸੁਖਦਾਇਕ ਹੈ। ਗੁਰੂ ਕਿਰਪਾ ਕਰਨ ਜੀ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਆਵਸੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਓ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਪਾਸੋਂ ਗੁਰਦੇਵ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਦੀ ਪ੍ਰਾਪਤੀ ਕਰੀਏ। ਹਾਂਜੀ। ਫਰੀਦਾ ਨੰਢੀ ਕੰਤ ਨ ਰਾਵਿਓ, ਵੱਡੀ ਥੀ ਮੁਈਆਸ। ਧਨ ਕੁਕੇਂਦੀ ਗੌਰ ਮੇ, ਤੈ ਸਹਿ ਨਾ ਮਿਲੀਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ